ਮਾਣ ਜੋਗ ਵਾਲੀਏ ਕੋ ਲਾਲਮ ਸਰਬ ਸਾਂਝੀ ਵਾਲਤਾ ਦੇ ਮੁਜਸਮੇ ਅੰਮ੍ਰਿਤ ਕੇ ਦਾਤੇ ਪਾਤਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਗੁਰਤਾ ਗੱਦੀ ਤੇ ਬਿਰਾਜਮਾਨ ਜਾਹਰਾ ਜਹੂਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਅੰਮ੍ਰਿਤਮਈ ਗੋਦ ਵਿੱਚ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਸੰਗਤਾਂ ਬਹੁਤ ਵਡਭਾਗੇ ਹੋ। ਸੇਵਕ ਕਉ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਗੁਰੂ ਘਰ ਦੇ ਐਸੇ ਅੰਨਣ ਸੇਵਕ, ਸੇਵਾ ਨਿਮਰਤਾ ਦੇ ਪੁੰਜ। ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਇਸ ਪਾਵਨ ਪਵਿੱਤਰ ਸਥਾਨ 'ਤੇ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕਰਦਿਆਂ ਨਾਮ ਬਾਣੀ ਸੇਵਾ ਸਿਮਰਨ ਦੇ ਲਾਹੇ ਪ੍ਰਾਪਤ ਕਰਕੇ ਸਤਿਗੁਰਾਂ ਦੀਆਂ ਅਪਾਰ ਬਖਸ਼ਿਸ਼ਾਂ ਦੇ ਪ੍ਰਾਪਤ ਪਾਤਰ ਬਣ ਰਹੇ ਹੋ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਅੱਜ ਦਾ ਦਿਨ ਇਤਿਹਾਸਕ ਤੌਰ 'ਤੇ ਬਹੁਤ ਮਹੱਤਵਪੂਰਨ ਹੈ। ਦਸ਼ਮੇਸ਼ ਪਿਤਾ ਬਾਦਸ਼ਾਹ ਦਰਵੇਸ਼ ਪੰਥ ਦੇ ਵਾਲੀ ਚੋਜੀ ਪ੍ਰੀਤਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਦਿਨ 1699 ਦੀ ਵਿਸਾਖੀ 'ਤੇ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ 'ਤੇ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਕਾਲ ਪੁਰਖ ਕੀ ਫੌਜ। ਖਾਲਸਾ ਪੰਥ ਦੀ ਸਾਜਨਾ ਕੀਤੀ। ਸਰਬੱਤ ਸੰਗਤਾਂ ਨੂੰ ਖਾਲਸਾ ਪੰਥ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਜਿੱਥੇ ਸਤਿਗੁਰੂ ਮਹਾਰਾਜ ਜੀ ਦੇ ਇਸ ਅੰਮ੍ਰਿਤਮਈ ਬਚਨ ਦੀ ਵਿਚਾਰ ਦੇ ਨਾਲ ਆਪਾਂ ਸਾਂਝ ਪਾਉਣੀ ਹੈ, ਜੋ ਅੱਜ ਦੇ ਇਸ ਮਹੀਨੇ ਰਾਹੀਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਉਸ ਦੇ ਨਾਲ ਹੀ ਵੈਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੇ ਸੰਬੰਧ 'ਚ ਸਤਿਗੁਰੂ ਜੀ ਦੀਆਂ ਅਗੰਮੀ ਬਖਸ਼ਿਸ਼ਾਂ, ਅਗੰਮੀ ਜੋ ਵਡਿਆਈਆਂ ਹਨ, ਸਤਿਗੁਰੂ ਮਹਾਰਾਜ ਜੀ ਨੇ ਇਸ ਸ੍ਰਿਸ਼ਟੀ ਵਿੱਚ ਸਭ ਤੋਂ ਅਲੌਕਿਕ ਵਡਮੁੱਲੀ ਬਖਸ਼ਿਸ਼ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਸਾਜ ਕੇ ਜੋ ਕੀਤੀ ਹੈ, ਇਸ ਦੇ ਸੰਬੰਧ ਦੇ ਵਿੱਚ ਵੀ ਆਪਾਂ ਰਲ ਮਿਲ ਕੇ ਗੁਰੂ ਜਸ ਵਿੱਚ ਜੁੜਨ ਦਾ ਯਤਨ ਕਰਨਾ ਹੈ। ਸਾਧ ਸੰਗਤ, ਜਿਸ ਖਾਲਸੇ ਦੀ ਸਾਜਨਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਜ ਦੇ ਦਿਨ 1699 ਦੀ ਵਿਸਾਖੀ 'ਤੇ ਕੀਤੀ ਸੀ, ਉਸ ਖਾਲਸੇ ਦੀ ਪੈਦਾਇਸ਼ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ ਹੋਈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਇਸ ਜਗਤ ਦੇ ਕਲਿਆਣ ਦੇ ਵਾਸਤੇ, ਜਗਤ ਨੂੰ ਤਾਰਨ ਦੇ ਵਾਸਤੇ ਸੰਸਾਰ ਦੇ ਉੱਤੇ ਪ੍ਰਗਟ ਹੋਏ ਤੇ ਭੁੱਲੀ ਹੋਈ ਭਟਕੀ ਹੋਈ ਮਨੁੱਖਤਾ ਨੂੰ ਸਤਿਗੁਰੂ ਮਹਾਰਾਜ ਜੀ ਨੇ ਆਪਣੀ ਅੰਮ੍ਰਿਤਮਈ ਰਸਨਾ ਤੋਂ ਬਾਣੀ ਉਚਾਰ ਕੇ ਆਤਮਿਕ ਰਾਹ ਬਖਸ਼ਿਸ਼ ਕਰਦਿਆਂ ਤਪਦੇ ਹੋਏ ਹਿਰਦਿਆਂ ਨੂੰ ਠਾਰਿਆ ਤੇ ਜਾਤ ਪਾਤ ਵਹਿਮ ਭਰਮ ਤੇ ਕਈ ਤਰ੍ਹਾਂ ਦੇ ਕਰਮ ਕਾਂਡਾਂ ਵਿੱਚ ਮਾਨਸਿਕ ਅਤੇ ਸਰੀਰਕ ਗੁਲਾਮੀ ਦੇ ਵਿੱਚ
ਖੂਬੀ ਹੋਈ ਮਨੁੱਖਤਾ ਨੂੰ ਸਤਿਗੁਰੂ ਮਹਾਰਾਜ ਜੀ ਨੇ ਅੰਮ੍ਰਿਤਮਈ ਬਾਣੀ ਦੁਆਰਾ ਉਹਨਾਂ ਦੇ ਭਰਮਾਂ ਦੇ ਬੰਧਨ ਕੱਟ ਕੇ ਆਤਮਿਕ ਵਿਗਾਸ ਖੇੜਾ ਸਹਿਜ ਆਨੰਦ ਬਖਸ਼ਿਸ਼ ਕੀਤਾ। ਸਤਿਗੁਰੂ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਜਦੋਂ ਲੋਕਾਈ ਨੇ ਸਰਵਣ ਕੀਤੀ ਤੇ ਆਪ ਮੁਹਾਰੇ ਲੋਕਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਬਲਿਹਾਰੇ ਜਾਣ ਲੱਗੀ। ਜਿੱਥੇ ਇਸ ਮਨੁੱਖਤਾ ਨੂੰ 4 ਸ਼੍ਰੇਣੀਆਂ ਦੇ ਵਿੱਚ ਵੰਡ ਕੇ ਤੇ ਬਹੁਤਾਤ ਲੋਕਾਈ ਨੂੰ ਸਦੀਆਂ ਤੋਂ ਸ਼ੂਦਰ ਕਹਿ ਕੇ ਦੁਰਕਾਰਿਆ ਜਾ ਰਿਹਾ ਸੀ, ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਾਲੋ ਵਰਗੇ ਗੁਰਸਿੱਖਾਂ ਨੂੰ, ਕਿਰਤੀ ਸਿੱਖਾਂ ਨੂੰ ਆਪਣੇ ਗਲ ਦੇ ਨਾਲ ਲਾ ਕੇ ਜਦੋਂ ਇਹ ਬਚਨ ਕਹੇ ਕਿ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਭਾਲੀਣ ਤਿੱਥੈ ਨਦਰ ਤੇਰੀ ਬਖਸ਼ੀਸ਼। ਐਸੀਆਂ ਬਖਸ਼ਿਸ਼ਾਂ ਦੇ ਨਾਲ ਸਤਿਗੁਰੂ ਜੀ ਨੇ ਨਵਾਜਿਆ ਤੇ ਸਾਰੇ ਜੀਵ ਆਪ ਮੁਹਾਰੇ ਸਤਿਗੁਰੂ ਜੀ ਦੇ ਚਰਨਾਂ ਦੇ ਭੌਰੇ ਬਣ ਗਏ। ਜਿਹੜਾ ਰਾਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਨੂੰ ਬਖਸ਼ਿਸ਼ ਕੀਤਾ ਤੇ ਜਿਸ ਤੇ ਚੱਲ ਕੇ ਬੇਅੰਤ ਜੀਵਾਂ ਦਾ ਪਾਰ ਉਤਾਰਾ ਹੋਇਆ, ਉਸ ਰਾਹ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਕਿ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਜਾਂ ਗੁਰਮੁਖ ਪੰਥ ਸੁਹਾਵੜਾ। ਸੋ ਉਸ ਪੰਥ ਨੂੰ ਨਿਰਮਲ ਪੰਥ ਕਿਹਾ ਕਿ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਸੰਸਾਰ ਦੇ ਵਿੱਚ ਇੱਕ ਨਿਰਮਲ ਪੰਥ, ਜਿਹੜਾ ਮੈਲ ਤੋਂ ਰਹਿਤ ਪੰਥ ਹੈ, ਉਹ ਸੰਸਾਰ ਦੇ ਵਿੱਚ ਚਲਾਇਆ, ਜਿਹਦੇ ਵਿੱਚ ਕੋਈ ਭਰਮ ਨਹੀਂ, ਕੋਈ ਵਹਿਮ ਨਹੀਂ, ਕੋਈ ਉਕਾਈ ਨਹੀਂ, ਕੋਈ ਖੋਟ ਨਹੀਂ, ਜਿਹੜਾ ਪੂਰਨ ਸ਼ੁੱਧ ਪਿਓਰ ਤੇ ਮੈਲ ਤੋਂ ਰਹਿਤ ਹੈ, ਉਹ ਪੰਥ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਵਿੱਚ ਚਲਾਇਆ। ਉਸ ਪੰਥ ਨੂੰ ਸਤਿਗੁਰੂ ਮਹਾਰਾਜ ਜੀ ਨੇ ਅੱਗੇ ਪ੍ਰਚਾਰ ਪ੍ਰਸਾਰ ਕਰਦਿਆਂ ਆਪਣੀ ਜੋਤ ਭਾਈ ਲਹਿਣਾ ਜੀ ਦੇ ਵਿੱਚ ਟਿਕਾ ਕੇ ਉਹਨਾਂ ਨੂੰ ਸਤਿਗੁਰੂ ਥਾਪਿਆ। ਗੁਰੂ ਅੰਗਦ ਸਾਹਿਬ ਜੀ ਦੇ ਰੂਪ ਵਿੱਚ ਗੁਰਿਆਈ ਗੱਦੀ ਤੇ ਬਿਰਾਜਮਾਨ ਹੋਏ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਰਾਹੀਂ ਉਹ ਜੋਤ ਗੁਰੂ ਅਮਰਦਾਸ ਸਾਹਿਬ 'ਚ ਪ੍ਰਗਟ ਹੋਈ ਤੇ ਗੁਰੂ ਅਮਰਦਾਸ ਸਾਹਿਬ ਜੀ ਤੋਂ ਬਾਅਦ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਗੁਰਿਆਈ ਗੱਦੀ ਤੇ ਬਿਰਾਜਮਾਨ ਹੋਏ ਤੇ ਉਹਨਾਂ ਦੀਆਂ ਬਖਸ਼ਿਸ਼ਾਂ ਵਡਿਆਈਆਂ ਵੇਖਦਿਆਂ ਭੱਟ ਸਾਹਿਬਾਨ ਨੇ ਉਸੇ ਹੀ ਨਿਰਮਲ ਪੰਥ ਦੇ ਪਰਥਾਏ ਬਚਨ ਕੀਤੇ ਕਿ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਕਿ ਇਸ ਸੰਸਾਰ ਦੇ ਵਿੱਚ ਇੱਕ ਸਭ ਤੋਂ ਉੱਤਮ ਪੰਥ ਗੁਰੂ ਨਾਨਕ ਦਾ ਪੰਥ, ਉਹ ਨਿਰਮਲ ਪੰਥ ਜਦੋਂ ਅਸੀਂ ਸੁਣਿਆ, ਉਸ ਪੰਥ ਦੇ ਅਸੀਂ ਜਦੋਂ ਪਾਂਧੀ ਬਣੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜੇ ਤੇ ਉਹ ਨਿਰਮਲ ਗੁਰੂ ਸੰਗਤ ਦਾ ਪੰਥ ਇੰਨਾ ਪਿਆਰਾ ਸੀ ਕਿ ਉਸ ਪੰਥ ਵਿੱਚ ਮਿਲ ਕੇ ਕਹਿੰਦੇ ਸਾਡੀ ਜਮਾਂ ਦੀ ਤਰੇ, ਜਮਾਂ ਦੀ ਪਿਆਸ ਮਿਟ ਗਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਪੰਜਵੇਂ ਪਾਤਸ਼ਾਹ ਗੁਰਿਆਈ ਗੱਦੀ ਤੇ ਬਿਰਾਜਮਾਨ ਹੋਏ। ਸਤਿਗੁਰੂ ਮਹਾਰਾਜ ਜੀ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀਆਂ, ਅਪਾਰ ਬਖਸ਼ਿਸ਼ਾਂ ਵਰਤਾਈਆਂ। 5 ਸਰੂਪਾਂ ਤੱਕ ਸਤਿਗੁਰੂ ਜੀ ਨੇ ਭਗਤੀ ਭਾਵ ਦਾ ਪ੍ਰਸਾਰ ਕੀਤਾ। 6ਵੇਂ ਰੂਪ ਦੇ ਵਿੱਚ ਭਗਤੀ ਦੇ ਨਾਲ ਸ਼ਕਤੀ ਦਾ ਪ੍ਰਸਾਰ ਕਰਦਿਆਂ ਪੀਰੀ ਦੇ ਨਾਲ ਮੀਰੀ ਸਥਾਪਿਤ ਕੀਤੀ। 6ਵੇਂ ਸਤਿਗੁਰੂ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਤੇ ਜਿੱਥੇ ਗੁਰਸਿੱਖਾਂ ਦੇ ਅੰਦਰ ਪ੍ਰੇਮਾ ਭਗਤੀ ਦਾ ਪ੍ਰਸਾਰ ਕੀਤਾ, ਉੱਥੇ ਜਰਵਾਣੇ ਦੇ ਨਾਲ 4 ਯੁੱਧ ਕਰਦਿਆਂ ਜ਼ੁਲਮ ਦਾ ਨਾਸ ਕੀਤਾ। ਇਸੇ ਤਰ੍ਹਾਂ ਸਾਧ ਸੰਗਤ ਇਹ ਨਿਰਮਲ ਪੰਥ ਅੱਗੇ ਵਧਦਾ ਗਿਆ। ਜਿਸ ਸਮੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ
कश्मीरी पंडितां ने आण के पुकार कीती कि सतगुरु महाराज असीं सारा संसार भटक आए हाँ, सानू कित्यों भी ढोई प्राप्त नहीं होई, हुण साडे सारे आसरे मुक गए ने, हुण सानू केवल गुरु नानक दे घर दा आसरा है कि गुरु नानक साहब जी दे घर दा बिरद है, जो शरण आवै तिस कंठ लावै, इहो बिरद स्वामी संधा। किरपा करके साडी शरण आयां दी लाज रखो, साडे डुबदे होए धर्म दे बेड़े नूं बचावो। ते गुरु तेग बहादुर साहब जी ने कश्मीरी पंडितां दी पुकार सुनदियां तिलक जंजू राखा प्रभ ताका, कीनो बड़ो कलू मैं साका, इस कलयुग दे विच सब तो वड्डा साका वरताया दिल्ली दे चांदनी चौक दे विच। सतगुरु महाराज ने शहादत दा जाम पीता ते साध संगत जदों गुरु तेग बहादुर साहब की शहादत होई ते रंगरेटे गुरु के बेटे भाई जैता जी, सतगुरु महाराज जी का सीस भाई ननुआ जी अते होर गुरसिखां दी सो सहायता दे नाल दिल्ली तो लैके कई बिखड़े पंध तय करदियां होयां श्री आनंदपुर साहब की धरती ते जिस वेले सतगुरु महाराज जी के चरनां च पहुँचे है, सतगुरु गुरु तेग बहादुर साहब जी के सीस का संस्कार किया गया ते भाई जैता जी नूं गुरु गोबिंद सिंह महाराज जी ने पुछया कि भाई जैता जी, जदों साडे पिता गुरु तेग बहादुर साहब जी की दिल्ली विच शहादत होई सी, उस वेले उत्थे किन्ने क सिख सन? भाई जैता जी कहन लगे, महाराज जिन्हां दी खातर गुरु जी ने शहादत दिती उन्होंने बहुतियां ने दरवाजे बंद कर लए, जेड़े है भी सन उन्हां दी कोई वखरी पछाण नहीं सी तुहाडे सिखां दी, दसिया नहीं जा सकदा किन्ने क सन। ते गुरु गोबिंद सिंह महाराज भाई जैता जी की यह गल सुन के कहन लगे कि हुण असीं फिर इहो जिहा संसार दे विच अपना खालसा साजांगे, पंथ प्रगट करांगे कि साडा एक सिख जे लखां दे विच भी जाके खलो जावेगा तो साडे एक सिख की पछाण वखरी होवेगी। भाई संतोख सिंह जी ने बचन कीते हन कि श्री गोबिंद सिंह सुनकर ऐसे, गरजत बोले घनहर जैसे, इस विद को अब पंथ बनावूँ, सगल जगत मैं बहु बिदतावूँ, लाखों जग के नर एक थाएँ, तिन मैं मिले एक सिख जाए, सब ते प्रथम पछान्यो परै, रलै न कबहू कैस्यों तरै, जिम मिर्गण मैं हंस न छपै, बकण बिखै मोर किम पै, त्यों नाना भेखण के माहे, मम सिख को सगले परखाहे। महाराज कहंदे हुण इहो जिहा पंथ बनावांगे कि लखां दे विच साडा एक सिख जिहड़ा ना जाके खलो जावेगा ते ओदी पछाण वखरी होवेगी, क्योंकि उहदी तैयारी गुरु नानक साहब दे वेले तो हो रही। वो सिख कला स्वरूप करके ही नहीं संसार नालों वखरा होवेगा, उन्होंने सतगुरु ने अंदरों ते बाहरों पूर्ण रूप बख्शिया है। जिथे आत्मक तौर ते लुकाई विषय वासना विकारां दे विच सड़ रही होवेगी, खुआर हो रही होवेगी, उत्थे मेरा सिख नाम बाणी का अभ्यास करदियां सिमरन करदियां आत्मक तौर के उत्ते पूरा शांत होवेगा, वो संसार नालों वखरा होवेगा। उत्थे ही बाहरी स्वरूप भी मेरे सिंह दा सब नालों वखरा होवेगा, क्योंकि सतगुरु महाराज जी ने जेड़े पूर्ण मनुख की घाड़त घड़ी है, ਉਹਦਾ स्वरूप सतगुरु जी ने बाणी विच गुरु अमरदास साहब जी भी दसदे है कि जीओ निर्मल बाहरों निर्मल, बाहरों तां निर्मल, जीओ निर्मल सतगुर ते करनी कमाणी। वो अंदरों भी निर्मल है ते बाहरों भी निर्मल है। ये कई बारी कहा जाता भी बाहरी स्वरूप की लोड़ नहीं, मन साफ होना चाहिए है, बाहरी भेत की लोड़ नहीं। नहीं, ना कला अंदरला प्रवान ना बाहरला, गुरु ने दोवें सानू बख्शिश कीते। कहते वो गुरमुख अंदरों भी निर्मल है ते बाहरों भी स्वरूप ते पंज ककारां दी रहत है पूर्ण ने निर्मल ने। वो सतगुरु दे हुक्म नूं कमाउंदे है। कूड़ की सोए पहुँचै नाही, मनसा सच समाणी, जन्म रतन जिन्नी खटिया भले से वणजारे,
ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਸਤਿਗੁਰੂ ਮਹਾਰਾਜ ਕਹਿੰਦੇ ਅਸੀਂ ਪੂਰਨ ਰੂਪ ਬਖਸ਼ਾਂਗੇ। ਪਹਿਲੀ ਘਟਨਾ ਭਾਈ ਜੈਤਾ ਜੀ ਨੂੰ ਮੁਖਾਤਬ ਹੋ ਕੇ ਬਚਨ ਕਹੇ, ਤੇ ਦੂਸਰੀ ਘਟਨਾ ਸਾਧ ਸੰਗਤ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਵੇਲੇ ਤੋਂ ਮਸੰਦ ਪ੍ਰਥਾ ਜਿਹੜੀ ਚੱਲਦੀ ਸੀ, ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਤੇ 52 ਪੀੜੇ ਸਥਾਪਿਤ ਕੀਤੇ। ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੇ ਗੁਰਮੁਖ ਨਾਮ ਬਾਣੀ ਦੇ ਰਸੀਏ ਸਨ, ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਸੀ ਵਡਿਆਈ ਬਖਸ਼ੀ ਕਿ ਇਸ ਇਲਾਕੇ ਵਿੱਚ ਤੁਸੀਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਤੇ ਦਸ਼ਵੰਧ ਦੀ ਮਾਇਆ ਸੰਗਤਾਂ ਕੋਲੋਂ ਇਕੱਤਰ ਕਰਕੇ ਤੇ ਗੁਰੂ ਘਰ ਵਿੱਚ ਭੇਟਾ ਕਰਨੀ ਹੈ। ਸੋ ਪਹਿਲਾਂ ਤੇ ਬੜੇ ਨਾਮ ਰਸੀਏ ਗੁਰਮੁਖ ਜੀਵਨ ਵਾਲੇ ਸਨ, ਪਰ 10ਵੇਂ ਪਾਤਸ਼ਾਹ ਤੱਕ ਆਉਂਦਿਆਂ ਇਹਨਾਂ ਵਿੱਚ ਫਿਰ ਕਈਆਂ ਦੇ ਵਿੱਚ ਜੀਵਨ 'ਚ ਬੜੀ ਗਿਰਾਵਟ ਆ ਗਈ। ਜਿਹੜੇ ਗੁਰੂ ਘਰ ਦੀ ਦਸ਼ਵੰਧ ਦੀ ਮਾਇਆ ਭੇਟਾ ਦੇ ਵਿੱਚ ਕੋਈ ਬੇਈਮਾਨੀ ਕਰ ਲੈਂਦੇ, ਮਾਇਆ ਧਨ ਚੁਰਾ ਲੈਂਦੇ ਤੇ ਸੰਗਤਾਂ ਦੇ ਨਾਲ ਦੁਰਵਿਹਾਰ ਕਰਦੇ। ਐਸੀਆਂ ਸ਼ਿਕਾਇਤਾਂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਪਹੁੰਚੀਆਂ ਤੇ ਇਸੇ ਦੌਰਾਨ ਹੀ ਦੂਰ ਦੁਰਾਡੇ ਇੱਕ ਦੇਸ਼ ਦੇ ਵਿੱਚ ਮਹਾਰਾਜ ਦਾ ਇੱਕ ਮਸੰਦ ਸੀ, ਚੇਤੋ ਮਸੰਦ ਰਹਿੰਦਾ ਸੀ। ਉਸ ਨੂੰ ਇੱਕ ਗੁਰਸਿੱਖ ਨੇ ਗੁਰੂ ਘਰ ਦੇ ਵਾਸਤੇ ਕੁਝ ਸੋਨੇ ਦੇ ਕੰਗਣ ਭੇਟ ਕੀਤੇ ਕਿ ਸਤਿਗੁਰੂ ਦੇ ਚਰਨਾਂ ਦੇ ਵਿੱਚ ਭੇਟ ਕਰਿਓ, ਇਹ ਮੈਂ ਦਸ਼ਵੰਧ ਦੀ ਮਾਇਆ ਵਿੱਚੋਂ ਤਿਆਰ ਕਰਵਾਏ ਨੇ। ਤੋ ਸਾਧ ਸੰਗਤ ਉਸ ਚੇਤੋ ਮਸੰਦ ਨੇ ਉਹ ਸੋਨੇ ਦੇ ਗਹਿਣੇ ਆਪਣੇ ਕੋਲ ਰੱਖ ਲਏ ਤੇ ਗੁਰੂ ਘਰ ਦੇ ਵਿੱਚ ਭੇਟ ਨਾ ਕੀਤੇ। ਸਮਾਂ ਲੰਘਦਾ ਗਿਆ। ਕੁਝ ਸਮੇਂ ਬਾਅਦ ਜਦੋਂ ਉਹ ਸਿੱਖ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਆਇਆ ਤੇ ਚੇਤੋ ਮਸੰਦ ਨੇ ਉਹ ਸਿੱਖ ਨੂੰ ਵੇਖ ਲਿਆ ਤੇ ਉਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਨਾ ਕਰਨ ਦਿੱਤੇ ਤੇ ਧੱਕੇ ਮਾਰ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਬਾਹਰ ਕੱਢ ਦਿੱਤਾ। ਉਹ ਸਿੱਖ ਸ੍ਰੀ ਅਨੰਦਪੁਰ ਸਾਹਿਬ ਤੋਂ ਬਾਹਰ ਇੱਕ ਰੁੱਖ ਦੇ ਥੱਲੇ ਆਣ ਕੇ ਬੈਠ ਗਿਆ ਤੇ ਰਾਤ ਦਿਨ ਉਹਦੀ ਲੇਵ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਲੱਗੀ ਰਹਿੰਦੀ ਹੈ। ਹਰ ਸਾਹ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਯਾਦ ਕਰਦਾ ਏ, ਮਹਾਰਾਜ ਦਰਸ਼ਨ ਦਿਓ, ਅੰਦਰ ਬਿਰਹਾ ਅੰਦਰ ਪ੍ਰੇਮ ਹੈ। ਤੇ ਪ੍ਰੇਮ ਦੇ ਭੇਜ ਵਿੱਚ ਭਿੱਜ ਕੇ ਸਤਿਗੁਰੂ ਦੀ ਬਾਣੀ ਦੁਆਰਾ ਬੇਨਤੀ ਕਰਦਾ ਹੈ ਕਿ ਦਰ ਮੰਨਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾੜ। ਬੇਨਤੀਆਂ ਕਰਦਾ ਏ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹੋ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਜਦੋਂ ਇੰਨੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਨੂੰ ਯਾਦ ਕਰ ਰਿਹਾ ਤੇ ਸਤਿਗੁਰੂ ਜੀ ਦੇ ਹਿਰਦੇ ਵਿੱਚ ਉਹਦੇ ਪ੍ਰੇਮ ਦੀ ਖਿੱਚ ਵੱਜੀ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਹੁਕਮ ਕੀਤਾ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਬਾਹਰ ਫਲਾਣੀ ਥਾਂ ਤੇ ਇੱਕ ਰੁੱਖ ਦੇ ਥੱਲੇ ਸਾਡਾ ਇੱਕ ਪਿਆਰਾ ਗੁਰਸਿੱਖ ਬੈਠਾ ਏ, ਜਾਓ ਉਹਨੂੰ ਬੁਲਾ ਕੇ ਲਿਆਓ। ਜਦੋਂ ਉਹ ਸਿੱਖ ਉਸ ਸਿੱਖ ਦੇ ਕੋਲ ਗਿਆ ਤੇ ਜਾ ਕੇ ਉਹਦੀ ਸਮਾਧੀ ਲੱਗੀ ਹੋਈ, ਜੁੜਿਆ ਹੋਇਆ ਸਤਿਗੁਰੂ ਦੇ ਚਰਨਾਂ ਦੇ ਪ੍ਰੇਮ ਵਿੱਚ, ਤੇ ਉਹਨੂੰ ਜਾ ਕੇ ਕਿਹਾ ਕਿ ਤੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਯਾਦ ਕਰਦੇ ਨੇ। ਉਹਦੀ ਖੁਸ਼ੀ ਦੀ ਕੋਈ ਸੀਮਾ ਨਾ ਰਹੀ। ਉਹਦਾ ਰੋਮ ਰੋਮ ਖਿੜ ਗਿਆ, ਗਲਾ ਭਰ ਆਇਆ, ਮੰਨ ਲਓ ਮੁਰਦੇ ਨੂੰ ਸਵਾਸ ਮਿਲ ਗਏ ਹੋਣ। ਤੇ ਸਤਿਗੁਰੂ ਜੀ ਦੇ ਪਿਆਰ ਦੇ ਵਿੱਚ ਬੜੇ ਚਾਅ ਨਾਲ ਉੱਠਿਆ। ਸ੍ਰੀ ਅਨੰਦਪੁਰ ਸਾਹਿਬ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਆਇਆ, ਸਤਿਗੁਰੂ ਜੀ ਦੇ ਚਰਨਾਂ ਤੇ ਸੀਸ ਰੱਖ ਦਿੱਤਾ। ਸਤਿਗੁਰੂ ਮਹਾਰਾਜ ਨੇ ਆਪਣੇ ਚਰਨਾਂ ਤੋਂ ਉਠਾ ਕੇ ਉਹਨੂੰ ਗਲ ਨਾ ਲਾਇਆ ਤੇ ਬਚਨ ਕੀਤੇ, ਭਾਈ ਸਿੱਖਾ ਤੈਨੂੰ ਗੁਰੂ ਦੀ ਯਾਦ ਨਹੀਂ ਆਉਂਦੀ? ਕਿੰਨਾ ਸਮਾਂ ਹੋ ਗਿਆ ਤੂੰ ਕਦੀ ਗੁਰੂ ਘਰ ਦਰਸ਼ਨ ਕਰਨ ਨਹੀਂ ਆਇਆ? ਕਿ ਤੈਨੂੰ ਸਾਡਾ ਰਤਾ ਜਿੰਨਾ ਵੀ ਚੇਤਾ ਨਹੀਂ? ਤੇ ਉਹਦੇ ਹੱਥ ਜੁੜ ਗਏ। ਸਾਧ ਸੰਗਤ ਕਹਿਣ ਲੱਗਾ, ਮਹਾਰਾਜ ਸਾਡੇ ਨਿਮਾਣਿਆਂ ਦਾ ਤੁਹਾਡੇ ਤੋਂ ਬਿਨਾਂ ਹੋਰ ਹੈ ਹੀ ਕੌਣ? ਸਾਡੀ ਜ਼ਿੰਦਗੀ ਦਾ ਕੋਈ ਐਸਾ ਪਲ ਨਹੀਂ ਜਿਹੜਾ ਤੁਹਾਨੂੰ ਯਾਦ ਕਰਨ ਤੋਂ ਬਿਨਾਂ ਲੰਘ ਜਾਵੇ। ਜਿਹੜੇ ਪਲ ਤੁਹਾਨੂੰ ਵਿਸਾਰ ਦਿੰਦੇ ਆ ਉਹ ਪਲ ਵਿਰਥਾ ਜਾਂਦਾ ਏ। ਮੌਤ ਵਿਆਪਦੀ ਹੈ ਸਾਡੇ ਤੇ, ਮਾਤਾ ਪਿਤਾ, ਸਾਡਾ ਮਾਣ, ਸਾਡਾ ਤਾਣ। ਸਤਿਗੁਰੂ ਸੱਚੇ ਪਾਤਸ਼ਾਹ ਸਭ ਕੁਝ ਨਿਮਾਣਿਆਂ ਦਾ ਆਪ ਹੀ ਹੋ, ਤੁਹਾਡੇ ਤੋਂ ਬਿਨਾਂ ਸਾਡਾ ਹੋਰ ਹੈ ਹੀ ਕੌਣ ਇੱਥੇ?
जदों ये बचन सुने गुरु साहब जी ने उन्होंने गल ना लाया, बख्शिश की, बचन बिलास होए तो महाराज जी ने उन्हें बेनती की, दसिया कि महाराज मैं शरीर करके भावें तुहाडे कोल नहीं आ सकिया, पर मन करके हर वेले तुहाडे चरनां दे विच मेरा मन जुड़िया रहिंदा सी ते मैं आप जी दे चरनां दे विच कंगण भी भेंट कीते सी दशवंध दी माया विचों। महाराज कहन लगे गुरु घर विच तेरी कदी कोई खबरसार नहीं, बड़ा गुरु साहब दा प्यारा सी ते ना कोई भेटा आई है, किस नूं दित्ती सी? कहंदा जी चेतो मसंद नूं। महाराज ने उस मसंद नूं बुलाया, उहदा पाज कपट जदों पुछया ते सारियां दे विच उगड़ गया। होर भी कई तरह के जिहड़े वो मसंद संगतां नूं तंग करते सन ते दुराचार करते सन, जदों सतगुरु जी नूं दसे ते सतगुरु महाराज जी ने उस वेले निर्णय किया कि गुरु नानक दे घर दे विच संगत नूं बहुत वड्डी वडियाई है, कोई साडी संगत नूं तंग करे ये गल असी कदी भी परवाह नहीं कर सकते। संगत नूं एडा उच्चा दर्जा है कि विच संगत हर प्रभ वसे जियो, संगत दे विच वाहिगुरू वसदा है। इस करके हुण असी ये मसंद प्रथा खत्म करके अपने सिखां दा सीधा संबंध अपने नाल बनावांगे। हुण विच कोई दूजा तीजा नहीं होवेगा। सतगुरु महाराज जी ने ये विचार कीती ते दूर दुराडे देशां विदेशां दे विच संगतां नूं हुक्मनामे लिख के भेज दिते कि इस वार विसाखी ते वध तों वध संगत आवे। सतगुरु जी का हुक्म सुन के बहुत वड्डी संगत, बहुत वड्डा संगतां दा इकट्ठ श्री आनंदपुर साहिब की धरती ते होया। वख-वख रैवां ने विद्वानां दियां 80,000 का इकट्ठ श्री आनंदपुर साहिब की धरती ते दसदे ने। तो जदों ये संगत सारी श्री आनंदपुर साहिब विच पहुंची ते हुण गुरु गोबिंद सिंह महाराज गुरु नानक साहिब जी दे चलाए इस निर्मल ते न्यारे पंथ नूं पूर्ण रूप बख्शण जा रहे हैं। क्योंकि साध संगत जी जिहड़ा खालसा शब्द है ना, भगत कबीर साहब जी ने खालसे की व्याख्या अमृत बाणी दे विच कीती है। भगत कबीर साहब दे वचन ने कि परयो काल सभे जग ऊपर माहे लिखे भ्रम ज्ञानी। कहते काल सारे सिर दे उत्ते मंडरा रहा है, सारे जीवां दे, सारियां दे सिर दे उत्ते काल है, कोई भी काल तो बचिया नहीं। काल तो केवल वो बचिया है जिन्हें अकाल पुरख दे नाल सांझ पाई है। वड्डे वड्डे भरम ज्ञानी इहदे विच फसे ने। परयो काल सभे जग ऊपर माहे लिखे भ्रम ज्ञानी, कहो कबीर जन भये खालसे प्रेम भगत जिन जानी। भगत कबीर साहब जी कहते खालसा कौन है? जिन्हें परमात्मा की प्रेमा भगती नूं जान लिया। क्योंकि खालसे का अर्थ जिथे प्योर है ना, उत्थे खालसे का अर्थ है। पुराने समयां दे विच बादशाहां दे कोल एक जमीन का टुकड़ा हुंदा सी जिहदे ते कोई टैक्स किसी दूजे मंत्री संतरी का अधिकार नहीं। जिहड़ी सीधी बादशाह की मलकीयत हुंदी सी उहनूं खालसा कहा जांदे सी। खालसा नाम की मोहर भी लगती सी जिस चीज़ ते उस चिट्ठी उस पत्तर नूं सिर्फ ते सिर्फ कल्ला बादशाह खोल सकदा सी, उहदा होर विच कोई दूजा नहीं, उहदा संबंध सीधा बादशाह नाल सी। इस करके खालसा वो जिहदा सीधा संबंध परमात्मा दे नाल हो गया, गुरु नाल हो गया। तो भगत कबीर साहब कहन लगे कहो कबीर जन भये खालसे। वो मनुख खालसे हो गए, रब दे हो गए, गुरु दे हो गए, प्रेम भगत जिन जानी, जिन्हां दे हिरदे विच वाहिगुरू दी प्रेमा भगती प्रगट हो गई। क्योंकि प्रेमा भगती जिहड़ी है ना, ये प्रेम ते सीस भेट, ये दो चीज़ां दा आपसी संबंध है। सीस गुरु गोबिंद सिंह महाराज सच्चे पातशाह जी ने नहीं मंगे, सब तो पहला सीस गुरु नानक साहब महाराज जी ने मंगे है। प्रेम ते सीस, प्रेम भगत जिह जानी। गुरु नानक साहब जी ने अमृत बाणी च बचन कहे कि जे वाहिगुरू दे मन विच तेरे वाहिगुरू दा प्रेम है, तू वाहिगुरू दा आशिक बनना चाहुंदा है, वाहिगुरू दी प्रेम दी खेड खेडनी चाहुंदा है, तो फिर इहदी पहली शर्त यह है
कि अपना सीस तली ते धर के आ। ये बाणी विचों आपां बचन पढ़ते हैं, जो तो प्रेम खेलन का चाओ, सिर तर तली गली मेरी आओ। जे प्रेम की खेड खेडनी है तो फिर अपना सिर तली ते धर के आ। इत मार्ग पैर धरीजै, सिर दीजै कान ना कीजै। जे कवे कि मैं भी रह जावे ते गुरु भी प्रगट हो जावे, दोवें गल्लां कदी नहीं हो सकदियां। ये एक ही होवेगी, जां मैं बचेगी जां तू बचेगा। ये बाणी च भगत साहिबां ने कहा, जब हम होते तब तू नाही। जिन्ना चिर मैं मेरी रवेगी उन्ना चिर तू प्रगट नहीं होवेगा। जे कोई कवे भी मेरी विचार जी, आपो अपनी विचार हुंदी सारियां दी ना, गुरमत दे विच आपो अपनी विचार नहीं, गुरमत दे विच केवल गुरु दी विचार है। ते सिख दी परिभाषा ही ये है, सिੱਖੀ सिੱਖਿਆ गुर विचार। ਜਿਹੜਾ गुरु दी विचार दे उत्ते चलदा है उही सिख है। सो सिख सखा बंधप है भाई, जे गुर के भाणे विच आवे। इस करके महाराज ने कहा, जे सचमुच प्रेम की खेड खेडनी है, पहला अपना सीस भेंट कर दे, अपना सब कुछ भेंट कर दे, तन मन धन सब सौंप गुर को हुक्म मन्निया पाई है। ते गुरु नानक साहब जी दे इन्हां बोलां ते गुर सिखां ने अपना तन मन धन सब कुछ सतगुरु नूं समर्पित कर दिता। गुरु गोबिंद सिंह साहब सच्चे पातशाह जी हुण उस मर्यादा नूं पूर्ण रूप बख्शिश कर रहे ने। सतगुरु महाराज जी ने बड़ा वड्डा दीवान सजाया, हज़ारां संगतां दा इकट्ठ, उच्ची स्टेज ते सामने सतगुरु विराजमान ने, लागे एक तंबू सजाया गया, हाथ दे विच एक शमशीर पकड़ी गुरु साहब ने, ते सारी संगत नूं मुखातब हो के बचन कीते कि सानू खालसा जी एक सीस दी लोड़ है, धर्म नूं चलाउण दे वास्ते, संतां दे उभार दे वास्ते ते दुष्ट दा नाश वास्ते। क्योंकि सतगुरु महाराज कहंदे, असी संसार दे उत्ते साडे आउण दा मनोरथ ही ये है कि हम यह काज जगत मों आए, धर्म हेत गुरुदेव पठाए, जहाँ तहाँ तुम धर्म बिथारो, दुष्ट दोखियन पकर बशारो, याही काज धरा हम जन्मंग, समझ लेहो साधु सब मनमंग, धर्म चलावन संत उभारण, दुष्ट सबन को मूल उपारण। असी धर्म नूं चलाउणा है, संतां भगतां गुरमुखां दा उभार करना है ते दुष्टां दा नाश करना है, इहदे वास्ते असी संसार ते आए हां। सतगुरु महाराज कहते, धर्म की स्थापना के वास्ते ते जुल्म का दुष्टा का नाश करने के वास्ते सानू एक सीस की लोड़ है। ते सतगुरु सच्चे पातशाह जी की मंग सुन के भाई दया राम जी लाहौर के निवासी सतगुरु सच्चे पातशाह के चरणों में आए, हाथ जोड़ बेनती की, महाराज सीस हाजिर है। गुरु गोबिंद सिंह साहब जी कहन लगे, भाई दया राम जी एक बारी फिर विचार कर लो, तलवार दे एक वार दे नाल सीस धड़ तो जुदा हो जाएगा। भाई दया राम जी कहन लगे, महाराज जिस दिन तुहाडे चरनां च आए सी उदन ही ये बोल हिरदे च वसा लए सन कि सतगुर आगे सीस भेट दिओ, जे सतगुर साचे भावै। ये सीस तुहाडा है, भावें इस धड़ ते रख लो ते भावें ला लो। सतगुरु महाराज जी ने भाई दया राम जी की बांह तो पकड़िया, उन्होंने उस तंबू दे विच लै गए। जदों तंबू तो बाहर आए तो गुरु साहब जी की शमशीर जिहड़ी सी ना, वो खून दे नाल लथपथ सी। इत्थे साध संगत जी दो रहवां ने, कई अणजाणे च कह दिंदे बकरे वड्डे, ते दूसरी विचार महाराज ने सीस वट के जोड़े। पर असल दे विच जिहड़ी गुरमुखां महापुरखां दी विचार है वो ये है, तो यही बनती है भी जिहड़ी गल ते गुरु ने पढ़दा पाया होवे ना, आपां उस पढ़दे नूं चुकीए ना। गुरु सर्ब कला समर्थ है, सतगुर मेरा मार जिवाले, सतगुर मेरा सर्ब परत पाले। कोई दो रहवा नहीं, रंचक जिन्ना भी शंका नहीं है, गुरु मार के खिन विच जिउंदे कर दिंदा है। सूके हरे किए खिन माहे, अमृत दृष्ट संच जिवाए। पर गुरु ने संगतां दे सामने तंबू लाया, पड़दा पाया, ते सिख नूं विच झातियां नहीं मारनियां चाहिदियां। वो गुरु की खेड सर्ब कला समर्थ गुरु साहब आप जानन। महाराज बाहर आए ते साध संगत शमशीर सतगुरु जी खून नाल लथपथ है। महाराज ने एक सीस की होर मंग की,
ਤੇ ਭਾਈ ਧਰਮਦਾਸ ਜੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋ ਗਏ, ਜਿਹੜੇ ਦਿੱਲੀ ਦੇ ਵਾਸੀ ਸਨ। ਉਹਨਾਂ ਨੂੰ ਵੀ ਸਤਿਗੁਰੂ ਮਹਾਰਾਜ ਤੰਬੂ ਵਿੱਚ ਲੈ ਗਏ। ਫਿਰ ਬਾਹਰ ਆਏ, ਭਾਈ ਹਿੰਮਤ ਚੰਦ ਜੀ ਸਾਹਮਣੇ ਹੋਏ। ਸਤਿਗੁਰੂ ਜੀ ਹਿੰਮਤ ਚੰਦ ਨੂੰ ਵੀ ਲੈ ਗਏ। ਉਹਨਾਂ ਤੋਂ ਬਾਅਦ ਭਾਈ ਮੋਹਕਮ ਚੰਦ ਜੀ ਤੇ ਭਾਈ ਸਾਹਿਬ ਚੰਦ ਜੀ, ਵਾਰੀ ਵਾਰੀ 5 ਸੀਸ ਸਤਿਗੁਰੂ ਨੇ ਮੰਗੇ ਤੇ 5 ਹਾਜ਼ਰ ਹੋ ਗਏ। ਤੇ ਇਹ ਪ੍ਰਤੱਖ ਹੈ, ਜੇ 5000 ਮੰਗਦੇ ਤੇ 5000 ਹੀ ਆ ਜਾਣੇ ਸੀ, ਕਿਉਂਕਿ ਉਹ ਗੁਰਸਿੱਖ ਗੁਰੂ ਨੂੰ ਸਮਰਪਿਤ ਸਨ। ਉਹਨਾਂ ਦਾ ਇੱਕ ਇੱਕ ਪਲ ਗੁਰੂ ਦੇ ਪ੍ਰੇਮ ਵਿੱਚ ਬਤੀਤ ਹੋ ਰਿਹਾ ਸੀ। ਤੇ ਸਤਿਗੁਰੂ ਨੇ 5 ਸੀਸਾਂ ਦੀ ਮੰਗ ਕੀਤੀ ਤੇ 5 ਇਕੱਲੇ ਸੀਸ ਹੀ ਨਹੀਂ, ਇਹ 5 ਉਸ ਪੂਰਨ ਮਨੁੱਖ ਜਿਹਨੂੰ ਖਾਲਸਾ ਕਿਹਾ, ਉਹਦੀ ਘਾੜਤ ਦੇ ਵਾਸਤੇ 5 ਗੁਣ ਸਨ। ਤੇ ਜਿੱਥੋਂ ਆਏ ਨੇ ਉਹ ਵੀ ਬੜਾ ਵੱਡਾ ਇਤਿਹਾਸ ਹੈ। ਭਾਈ ਦਇਆ ਰਾਮ ਜੀ ਸਾਧ ਸੰਗਤ ਲਾਹੌਰ ਦੇ ਵਾਸੀ, ਤੇ ਲਾਹੌਰ ਉਹ ਧਰਤੀ ਜਿੱਥੇ ਮਹਾਰਾਜ ਨੇ ਕਿਹਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਜਿੱਥੇ ਹਰ ਵੇਲੇ ਪਾਪ ਹੀ ਵਰਤਦਾ ਹੈ, ਜਿੱਥੇ ਸਦਾ ਹੀ ਕਹਿਰ ਹੁੰਦਾ ਸੀ, ਜਿੱਥੇ ਧਰਮ ਨਾਂ ਦੀ ਕੋਈ ਚੀਜ਼ ਹੀ ਨਹੀਂ ਸੀ। ਗੁਰੂ ਸਾਹਿਬ ਜੀ ਨੇ ਉੱਥੋਂ ਸਾਧ ਸੰਗਤ ਜੀ ਦਇਆ ਲਈ, ਕਿਉਂਕਿ ਦਇਆ ਤੋਂ ਬਿਨਾਂ ਧਰਮ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਮਹਾਰਾਜ ਕਹਿੰਦੇ ਧੌਲ ਧਰਮ ਦਇਆ ਕਾ ਪੂਤ, ਇਹ ਜਿਹੜਾ ਧਰਮ ਰੂਪੀ ਬਲਦੇ ਦਇਆ ਦਾ ਪੁੱਤਰ ਹੈ। ਦਇਆ ਜਿੱਥੇ ਹੈ ਉੱਥੇ ਹੀ ਧਰਮ ਹੈ। ਤਾਂ ਮਹਾਰਾਜ ਨੇ ਬਚਨ ਇਹ 12ਵਾਂ ਦੀ ਬਾਣੀ 'ਚ ਵੀ ਕੀਤੇ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਤੋ ਲਾਹੌਰ ਦੀ ਧਰਤੀ ਜਿੱਥੇ ਗੁਰੂ ਅਰਜਨ ਸਾਹਿਬ ਜੀ ਸ਼ਹੀਦ ਹੋਏ, ਜਿੱਥੇ ਪਾਪ ਵਰਤਦਾ ਸੀ, ਉੱਥੋਂ ਦਇਆ ਲਈ ਕਿ ਦਇਆ ਆਵੇਗੀ ਤੇ ਧਰਮ ਹੋਵੇਗਾ। ਦੂਜੇ ਪਿਆਰੇ ਭਾਈ ਸਾਧ ਸੰਗਤ ਜੀ ਧਰਮਦਾਸ ਜੀ ਦਿੱਲੀ ਦੇ ਰਹਿਣ ਵਾਲੇ। ਦਿੱਲੀ ਉਹ ਧਰਤੀ ਸੀ ਜਿੱਥੇ ਧਰਮ ਨਾਂ ਦੀ ਕੋਈ ਚੀਜ਼ ਨਹੀਂ, ਜਿੱਥੇ 1.25 ਮਣ ਜੰਜੂ ਲਾ ਕੇ ਔਰੰਗਜ਼ੇਬ ਇੰਨੇ ਲੋਕਾਂ ਦਾ ਕਤਲ ਕਰਕੇ ਤੇ ਫਿਰ ਪ੍ਰਸ਼ਾਦਾ ਛਕਦਾ ਸੀ, ਜਿਹਨੇ ਆਪਣੇ ਭਰਾਵਾਂ ਪਿਤਾ ਨੂੰ ਧੀ ਤੱਕ ਨੂੰ ਵੀ ਕਤਲ ਕਰ ਦਿੱਤਾ। ਇੰਨਾ ਜ਼ਾਲਮ ਬਾਦਸ਼ਾਹ ਜਿਹਦੇ ਕੋਲ ਧਰਮ ਨਾਂ ਦੀ ਕੋਈ ਚੀਜ਼ ਨਹੀਂ ਸੀ, ਉੱਥੋਂ ਸਤਿਗੁਰੂ ਮਹਾਰਾਜ ਨੇ ਧਰਮ ਦਾ ਦੂਜਾ ਗੁਣ ਲਿਆ। ਕਿਉਂਕਿ ਸਾਧ ਸੰਗਤ ਸਾਡਾ ਸੰਸਾਰ ਉੱਤੇ ਹੋਇਆ ਜਨਮ ਜਿਹੜਾ ਆਏ ਆ ਨਾ ਆਪਾਂ, ਆ ਜਿਹੜੀ ਧਰਤੀ ਵਾਹਿਗੁਰੂ ਨੇ ਬਣਾਈ ਹੈ ਧਰਮ ਕਮਾਉਣ ਵਾਸਤੇ ਬਣਾਈ ਹੈ। ਜਪਜੀ ਸਾਹਿਬ ਦੇ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ, ਰਾਤੀ ਰੁੱਤੀ ਥਿੱਤੀ ਵਾਰ ਪਾਣੀ ਅਗਨੀ ਪਾਤਾਲ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਸ ਬ੍ਰਹਿਮੰਡ ਦੇ ਵਿੱਚ ਜਿਹੜੀ ਇਹ ਵਾਹਿਗੁਰੂ ਨੇ ਧਰਤੀ ਬਣਾਈ ਹੈ ਨਾ, ਇਹ ਧਰਮਸ਼ਾਲਾ ਹੈ, ਜਿੱਥੇ ਬੈਠ ਕੇ ਧਰਮ ਕਮਾਇਆ ਜਾਵੇ। ਧਰਮ ਕਮਾਉਣ ਵਾਸਤੇ ਧਰਤੀ ਬਣਾਈ ਹੈ, ਸਾਨੂੰ ਵਾਹਿਗੁਰੂ ਨੇ ਪੈਦਾ ਕੀਤਾ ਹੈ। ਇਸ ਕਰਕੇ ਸਤਿਗੁਰੂ ਨੇ ਦੂਸਰਾ ਗੁਣ ਧਰਮ ਦਾ ਲਿਆ। ਤੇ ਤੀਸਰੇ ਭਾਈ ਹਿੰਮਤ ਸਿੰਘ ਜੀ ਸਾਧ ਸੰਗਤ ਜੀ, ਉਹ ਆਏ ਸਨ ਜਗਨਨਾਥ ਤੋਂ, ਉੜੀਸਾ ਤੋਂ, ਜਿੱਥੇ ਜਗਨਨਾਥ ਦਾ ਮੰਤਰ ਬਣਿਆ ਮੂਰਤੀ ਬਿਨਾ ਬਾਹਾਂ ਤੋਂ ਹੈ। ਉੱਥੋਂ ਸਤਿਗੁਰੂ ਨੇ ਤੀਸਰਾ ਗੁਣ, ਬਾਹਾਂ ਹਿੰਮਤ ਦਾ ਪ੍ਰਤੀਕ ਨੇ, ਬਾਹਾਂ ਤੋਂ ਬਿਨਾ ਹਿੰਮਤ ਨਹੀਂ, ਸਤਿਗੁਰੂ ਨੇ ਹਿੰਮਤ ਦਾ ਲਿਆ। ਤੇ ਹਿੰਮਤ ਜਿੱਥੇ ਬਾਹਰੀ ਜੰਗ ਦੇ ਮੈਦਾਨ ਵਿੱਚ ਜੂਝਣ ਵਾਸਤੇ ਚਾਹੀਦੀ ਹੈ, ਉੱਥੇ ਵਾਹਿਗੁਰੂ ਦੀ ਪ੍ਰਾਪਤੀ ਵੀ ਹਿੰਮਤ ਵਾਲਾ ਮਨੁੱਖ ਹੀ ਕਰ ਸਕਦਾ ਹੈ। ਉਹਨੂੰ ਵੀ ਸੂਰਬੀਰਾਂ ਦਾ ਕੰਮ ਦੱਸਿਆ ਕਿ ਭਗਤੀ ਕਰਨੀ, ਨਾਮ ਜਪਣਾ, ਇਹ ਸੂਰਬੀਰ ਯੋਧਿਆਂ ਦਾ ਕੰਮ ਹੈ। ਕਿਉਂਕਿ ਅੰਦਰ ਵੀ ਬੜੇ ਵੱਡੇ ਦੁਸ਼ਮਣ ਨੇ, ਬੰਦੇ ਦੇ 5 ਵੈਰੀ ਨੇ ਜਿਹੜੇ ਮਨੁੱਖ ਨੂੰ ਮਾਰਦੇ ਲੁੱਟਦੇ ਨੇ, ਤੇ ਜਿਹੜਾ ਉਹਨਾਂ 5 ਦਾ ਨਾਸ ਕਰਕੇ ਵਾਹਿਗੁਰੂ ਨਾਲ ਮੇਲ ਕਰਦਾ, ਜਿਹਦੇ ਅੰਦਰ ਨਾਮ ਦਾ ਰੰਗ ਲੱਗ ਜਾਂਦਾ, ਉਹਨੂੰ ਵੀ ਸਤਿਗੁਰੂ ਨੇ ਸੂਰਮਾ ਕਿਹਾ ਕਿ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ। ਹਿੰਮਤ ਤੋਂ ਬਿਨਾ, ਬਲ ਤੋਂ ਬਿਨਾ ਰੱਬ ਦੇ ਨਾਮ ਵਿੱਚ ਵੀ ਮਨ ਨਹੀਂ ਰੰਗਿਆ ਜਾਂਦਾ। ਤੇ ਉਹੀ ਹਿੰਮਤ ਜਿਨ੍ਹਾਂ ਦੇ ਅੰਦਰ ਨਾਮ ਦੇ ਵਿੱਚ ਰੰਗੇ ਗਏ, ਉਹ ਸੰਸਾਰੀ ਬਾਹਰੀ ਤੌਰ ਤੇ ਵੀ ਫਿਰ ਸੂਰਬੀਰ ਯੋਧੇ ਬਣੇ। ਤੋ ਸਤਿਗੁਰੂ ਮਹਾਰਾਜ ਜੀ ਨੇ ਤੀਜਾ ਗੁਣ ਦਿਆ। ਚੌਥਾ ਗੁਣ ਸਤਿਗੁਰੂ ਜੀ ਨੇ ਭਾਈ ਮੋਹਕਮ ਚੰਦ ਜੀ, ਜਿਹੜੇ ਗੁਜਰਾਤ ਦੇ ਰਹਿਣ ਵਾਲੇ ਸਨ, ਦੁਆਰਕਾਪੁਰੀ ਦੇ, ਉੱਥੋਂ ਸਤਿਗੁਰੂ ਨੇ ਲਿਆ ਜਿੱਥੇ ਰਣ ਛੁੱਟ ਮੰਤਰ ਬਣਿਆ ਸੀ। ਤੋ ਸਤਿਗੁਰੂ ਮਹਾਰਾਜ ਜੀ ਨੇ ਇਹ ਚੌਥਾ ਗੁਣ ਭਰਿਆ ਕਿ ਮੋਹਕਮ ਹਠੀਲਾ, ਜਿਹੜਾ ਮੋਹ ਆਦਿਕ 5 ਵਿਕਾਰਾਂ ਤੇ ਕਾਬੂ ਪਾ ਲਵੇ, ਇਹ ਚੌਥਾ ਗੁਣ ਸੀ। ਪਹਿਲਾਂ ਦਇਆ ਧਾਰਨੀ, ਧਰਮ ਨੂੰ ਕਮਾਉਣਾ, ਅੰਦਰ ਹਿੰਮਤ ਰੱਖ ਕੇ ਵਿਕਾਰਾਂ ਰੂਪੀ ਦੁਸ਼ਮਣਾਂ ਦਾ ਨਾਸ ਕਰਕੇ
ਮੋਹ ਆਦਿਕ ਪੰਜਾਂ ਵਕਾਰਾਂ ਉੱਤੇ ਕਾਬੂ ਪਾ ਲੈਣਾ। ਜਿਹਨੂੰ ਮਹਾਰਾਜ ਨੇ ਕਿਹਾ ਜਿਨ ਮਿਲ ਮਾਰੇ ਪੰਜ ਸੂਰ ਵੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਏ ਕਲੀ ਰੇ। ਤੇ ਜਿਨਨੇ ਫਿਰ ਇਹਨਾਂ ਪੰਜਾਂ ਤੇ ਕਾਬੂ ਪਾ ਲਿਆ, ਪੰਜਵੇਂ ਭਾਈ ਸਾਹਿਬ ਚੰਦ ਜੀ ਆ ਗਏ ਕਿ ਉਹ ਸਾਹਿਬ ਜਿਸ ਨੂੰ ਬਾਣੀ ਨੇ ਕਿਹਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਕਹਿੰਦੇ ਉਹ ਸਾਹਿਬ ਦਾ ਰੂਪ ਹੋ ਜਾਵੇਗਾ, ਉਹ ਪਰਮਾਤਮਾ ਦਾ ਰੂਪ ਹੋ ਜਾਵੇਗਾ, ਜਿਹਦੇ ਅੰਦਰ ਦਇਆ ਹੋਵੇਗੀ, ਧਰਮ ਹੋਵੇਗੀ, ਹਿੰਮਤ ਹੋਵੇਗੀ। ਤੇ ਪੰਜਾਂ ਵਕਾਰਾਂ ਤੇ ਜਿਨੇ ਕਾਬੂ ਪਾਇਆ ਹੋਇਆ ਉਹ ਸਾਹਿਬ ਅਕਾਲ ਪੁਰਖ ਦਾ ਰੂਪ ਹੋ ਜਾਵੇਗਾ। ਗੁਰੂ ਸਾਹਿਬ ਨੇ ਉਸੇ ਨੂੰ ਕਿਹਾ ਬਾਅਦ ਵਿੱਚ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ। ਇਹ ਮੇਰਾ ਖਾਸ ਰੂਪ ਹੈ, ਮੈਂ ਇਹਦੇ ਵਿੱਚ ਵਾਸਾ ਕਰਦਾ ਹਾਂ। ਉਸ ਨੂੰ ਬਚਨ ਕਹੇ ਆਤਮ ਰਸ ਜੇ ਜਾਣਈ, ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ, ਰੰਚਕ ਨਾਹੀ ਭੇਵ। ਕਹਿੰਦੇ ਜਿਨਨੇ ਅੰਦਰ ਦੇ ਆਤਮਿਕ ਰਸ ਨੂੰ ਜਾਣ ਲਿਆ, ਨਾਮ ਰਸ ਨੂੰ ਪਹਿਚਾਨ ਲਿਆ, ਪ੍ਰਾਪਤੀ ਕਰ ਲਈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਮੇਰੇ ਵਿੱਚ ਪ੍ਰਭ ਮੈਂ ਮੋਹ ਮੈਂ ਤਾਸ ਮੈਂ, ਵਾਹਿਗੁਰੂ ਦੇ ਵਿੱਚ ਤੇ ਮੇਰੇ ਵਿੱਚ ਤੇ ਉਸ ਖਾਲਸੇ ਦੇ ਵਿੱਚ ਰੰਚਕ ਨਾਹੀ ਭੇਵ, ਰੰਚਕ ਮਾਤਰ ਜਿੰਨਾ ਵੀ ਅੰਤਰ ਨਹੀਂ ਰਹਿ ਜਾਵੇਗਾ। ਸਤਿਗੁਰੂ ਮਹਾਰਾਜ ਜੀ ਨੇ 5 ਸੀਸ ਮੰਗੇ, ਸਤਲੁਜ ਦਾ ਨਿਰਮਲ ਜਲ ਲਿਆ, ਸਰਬਲੋਹ ਦਾ ਖੰਡਾ ਬਾਟਾ ਲਿਆ ਤੇ ਉਸ ਬਾਟੇ ਵਿੱਚ ਸਤਲੁਜ ਦਾ ਨਿਰਮਲ ਜਲ ਪਾਇਆ। ਮਾਤਾ ਜੀ ਨੇ ਪਤਾਸੇ ਪਾਏ, ਮਹਾਰਾਜ ਨੇ ਬਚਨ ਕੀਤੇ ਭਲੋ ਭਇਓ ਤੂੰ ਚੱਲ ਕਰ ਆਈ, ਨੀਰ ਬਿਖੈ ਪਾਈ ਮਧੁਰਾਈ। ਤੇ ਗੁਰੂ ਸਾਹਿਬ ਨੇ ਉਹ ਖੰਡੇ ਨੂੰ ਬਾਟੇ ਵਿੱਚ ਘੁਮਾ ਕੇ 5 ਬਾਣੀਆਂ ਪੜ੍ਹ ਕੇ ਤੇ ਖੰਡੇ ਦੀ ਪੌਲ, ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਤੇ ਫਿਰ 5 ਪਿਆਰੇ ਸਾਹਿਬਾਨਾਂ ਨੇ 20 ਰਸ ਲਾਇਆ ਤੇ ਸਤਿਗੁਰੂ ਜੀ ਨੇ ਉਹਨਾਂ ਦੇ ਨੇਤਰਾਂ ਦੇ ਵਿੱਚ ਛੱਟੇ ਮਾਰੇ, ਸਿਰ ਵਿੱਚ ਅੰਮ੍ਰਿਤ ਪਾਇਆ, ਕੇਸਾਂ ਵਿੱਚ ਤੇ ਉਹਨਾਂ ਦੇ ਮੁਖ ਵਿੱਚ ਅੰਮ੍ਰਿਤ ਪਾ ਕੇ ਉਹਨਾਂ ਦੇ ਨਾਵਾਂ ਦੇ ਨਾਲ ਉਹ ਦਾਸ ਧਰਮ ਚੰਦ ਲਾ ਕੇ ਸਿੰਘ ਨਾਮ ਦੀ ਬਖਸ਼ਿਸ਼ ਕਰਕੇ ਖਾਲਸਾ ਪੰਥ ਦੀ ਸਾਜਨਾ ਕੀਤੀ। ਤੇ ਉਹਨਾਂ ਨੂੰ ਖਾਲਸਾ ਸਾਜ ਕੇ ਤੇ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਖਾਲਸਾ ਜੀ ਹੁਣ ਇਹ ਅੰਮ੍ਰਿਤ ਦੀ ਦਾਤ ਮੈਨੂੰ ਵੀ ਦੇ ਕੇ ਤੇ ਆਪ ਜੀ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਸਾਧ ਸੰਗਤ ਗੁਰਸਿੱਖਾਂ ਦੇ ਹੱਥ ਜੁੜ ਗਏ। ਮਹਾਰਾਜ ਆਪ ਦੀਨ ਦੁਨੀਆ ਦੇ ਮਾਲਕ, ਆਪ ਪਰਮੇਸ਼ਰ ਦਾ ਰੂਪ, ਅਸੀਂ ਆਪ ਦੇ ਚਰਨਾਂ ਦੀ ਧੂੜ, ਆਪ ਨੂੰ ਕਿਵੇਂ ਅੰਮ੍ਰਿਤ ਦੀ ਇਹ ਅਸੀਂ ਗੁਰ ਦੀਖਿਆ ਦੇ ਸਕਦੇ ਹਾਂ। ਮਹਾਰਾਜ ਕਹਿਣ ਲੱਗੇ ਨਹੀਂ, ਹੁਣ ਅਸੀਂ ਵੀ ਇਹ ਅੰਮ੍ਰਿਤ ਪਾਨ ਕਰਾਂਗੇ ਤਾਂ ਕਿ ਕੋਈ ਕਿਸੇ ਦੇ ਮਨ ਵਿੱਚ ਇਹ ਸ਼ੰਕਾ ਨਾ ਰਵੇ ਕਿ ਅੰਮ੍ਰਿਤ ਛਕਣਾ ਜਾਂ ਨਹੀਂ ਛਕਣਾ, ਕਿ ਮਨ ਸਾਫ਼ ਹੋਣਾ ਚਾਹੀਦਾ ਹੈ, ਅੰਮ੍ਰਿਤ ਦੀ ਲੋੜ ਨਹੀਂ ਹੈ। ਇਹ ਲੋੜ ਹੈ, ਇਹ ਪਹਿਲੀ ਰਹਿਤ ਹੈ ਤੇ ਇਹਦੇ ਤੇ ਡਰਤਾ ਜਿੰਨਾ ਵੀ ਤਰਕ ਨਹੀਂ ਕਰਨਾ ਕਿ ਗੁਰੂ ਸਾਹਿਬ ਆਪ ਗੁਰੂ ਹੁੰਦਿਆਂ ਖੰਡੇ ਬਾਟੇ ਦੀ ਪਹੁ ਲੈ ਰਹੇ ਨੇ ਤਾਂ ਕਿ ਕੋਈ ਸਿੱਖ ਇਹਦੇ ਤੇ ਤਰਕ ਨਾ ਕਰੇ ਕਿ ਇਹ ਗੁਰੂ ਦਾ ਹੁਕਮ ਹੈ ਤੇ ਇਹ ਅੰਮ੍ਰਿਤ ਮੈਂ ਛਕਣਾ ਹੀ ਛਕਣਾ ਹੈ। ਮਹਾਰਾਜ ਨੇ 20 ਆਸਨ ਲਾਇਆ ਤੇ ਉਹ ਅੰਮ੍ਰਿਤ ਸਾਧ ਸੰਗਤ ਗੁਰੂ ਸਾਹਿਬ ਜੀ ਨੇ ਆਪ ਛਕਿਆ। ਫਿਰ 5 ਪਿਆਰਿਆਂ ਨੂੰ ਰਹਿਤਾਂ ਦ੍ਰਿੜ ਕਰਾਈਆਂ, 4 ਬੱਜਰ ਕਰੈਤਾਂ ਦਸੀਆਂ ਕਿ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਪਰ ਇਸਤਰੀ ਪਰ ਪੁਰਸ਼ ਦਾ ਸੰਗ ਨਹੀਂ ਕਰਨਾ, ਕੁੱਠਾ ਮਾਸ ਨਹੀਂ ਖਾਣਾ ਤੇ ਤਮਾਕੂ ਆਦਿਕ ਕਿਸੇ ਨਸ਼ੇ ਦਾ ਸੇਵਨ ਨਹੀਂ ਕਰਨਾ। 5 ਕਕਾਰਾਂ ਦੀ ਰਹਿਤ ਸਤਿਗੁਰੂ ਮਹਾਰਾਜ ਜੀ ਨੇ ਬਖਸ਼ੀ, ਜਿਹੜੇ 5 ਕਕਾਰ ਇੱਕ ਸਿੱਖਿਆ ਸਨ। ਕੇਸ ਅਕਾਲ ਪੁਰਖ ਵਾਹਿਗੁਰੂ ਦੀ ਰਜਾ ਦਾ ਪ੍ਰਤੀਕ ਤੇ ਗੁਰੂ ਦੀ ਮੋਹਰ। ਕੇਸਾਂ ਦੇ ਵਿੱਚ ਕੰਘਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ, ਜਿਸ ਬਾਰੇ ਭਾਈ ਨੰਦ ਲਾਲ ਜੀ ਨੇ ਕਿਹਾ ਕਿ ਕੰਘਾ ਦੋਨੋਂ ਵਕਤ ਕਰ, ਪਾਗ ਚੁਣੇ ਕਰ ਬਾਂਧਈ, ਦਾਤਨ ਕਰੇ ਨੀਤ ਨਾ ਦੁੱਖ ਪਾਵੇ ਲਾਲ ਜੀ। ਤੇ ਇਸ ਗੱਲ ਦਾ ਪ੍ਰਤੀਕ ਸੀ ਕੰਘਾ ਕਿ ਜਿਵੇਂ ਕੇਸਾਂ ਵਿੱਚ ਕੰਘਾ ਕਰਕੇ ਆਪਾਂ ਮੂਰਛਤ ਕੇਸ ਬਾਹਰ ਕੱਢਦੇ ਹਾਂ, ਇਵੇਂ ਆਪਣੇ ਅੰਦਰ ਬਾਣੀ ਰੂਪੀ ਕੰਘਾ ਕਰਕੇ ਆਪਣੇ ਅੰਦਰ ਦੇ ਜਿਹੜੇ ਵਕਾਰ ਨੇ ਉਹਨਾਂ ਨੂੰ ਬਾਹਰ ਕੱਢਣਾ ਹੈ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਕੜੇ ਦੀ ਬਖਸ਼ਿਸ਼ ਕੀਤੀ। ਇਹ ਕੜਾ ਜਿੱਥੇ ਸਾਧ ਸੰਗਤ ਜੀ ਭਰਮ ਦਾ ਨਾਸ਼ਕ ਸੀ ਕਿ ਕਿਸੇ ਤਰ੍ਹਾਂ ਦਾ ਧਾਗਾ ਤਵੀਤ ਵਹਿਮ ਭਰਮ ਦੇ ਵਿੱਚ ਸਿੱਖ ਨੇ ਨਹੀਂ ਪੈਣਾ, ਉੱਥੇ ਕੜਾ ਸਤਿਗੁਰੂ ਜੀ ਵੱਲੋਂ ਬਖਸ਼ੀ ਹੋਈ ਹੱਥ ਘੜੀ ਸੀ।
कि ये गुरु वालों हथ कड़ी कि इस हथ दे नाल कदी पराया हक नहीं खाना, कोई माड़ा कर्म नहीं करना, ये हथ कदी तेरा किसी माड़ी चीज़ वाल ना जावे, इस हथ ना किते नशा कर लगे तो तेनू चेता आ जावे कि ये गुरु गोबिंद सिंह महाराज का मैं पुत्र हाँ, मैं गुरु गोबिंद सिंह महाराज की धी हाँ, ते ये हथ दे विच कड़ा तेनू गुरु की याद दवाएगा कि इस हथ नाल कदी कोई बुरा कर्म नहीं करना है। किरपान सतगुरु महाराज जी ने बख्शिश की, जिहड़ी किरपा ते आण तो बनिया शब्द सी कि ये सदा मजलूम की रखिया वास्ते, पत की राखी वास्ते ते दुष्ट के नाश वास्ते जदों भी उठेगी किरपा करन वास्ते उठेगी। ते पंजवां और महाराज ने कशहरा बख्शिश किया, जिहड़ा जत सत का प्रतीक सी कि जिहदे ये अर्थ सन कि देख पराइयां चंगियां मावां भैणां धीआं जाने, क्योंकि गुरसिखां ने बेनती की सी कि सगल सिख पुछण गुण खानी, सगल तुरक भुगवै हिंदवानी, सिख पलटा लै भला जनावै, गुर शास्त्र क्यों वर्ज हटावै। महाराज जिहड़े तुरक जदों भारत ते हमला करते हैं, इत्थों दियां बहु बेटियां दी पत लुटते हैं, पर गुरु साहब जी दे सिखां नूं इस गल तो बिल्कुल मनाही है कि सिख उन्हां दियां बहु बेटियां दे नाल कोई माड़ा कर्म नहीं करनगे, बदला नहीं लैणगे। गुरु शास्त्र क्यों वर्जदा है? ते महाराज गुरु गोबिंद सिंह साहब जी ने कहा कि मैं लै जाना पंथ उचेरे। महाराज कहिंदे भी मैं अपने पंथ नूं उच्चा लैके जाना है, ते जिन्ने वकार ने ना ये सारे बंदे दा नाश करदे है, ये बंदे नूं अधोगति वल पहुँचाउंदे आ, नरकां वल लैके जांदे आ। इस करके जे किरदार है तो ताई पंथ की उचाई है, इस करके मैं अपने पंथ नूं उच्चा लैके जाना है। सचों उरै सब को उपर सच आचार, जिथे दस्तार है उत्थे सिख का किरदार भी है। ये अंदरों ते बाहरों निर्मल ते साबत सूरत गुरु साहब जी ने बख्शिया। महाराज ने पंजां ककैरां दी रहत दसी ते बचन लिखे ने रहतनामिਆਂ ਦੇ ਵਿੱਚ कि प्रथम रहत जे जान, खंडे की पौल शकै, सोई सिख प्रधान, अवर ना जो पौ लए, पांचों सिख अमृत जो देवै, ताको सिर तर शक पुन लेवै। कहते कि ये गुरु साहब जी ने पहली रहत बख्शी है, आखिरी नहीं। ये अमृत सतगुरु जी ने पहली रहत दी है कि जिमें बाणी तो साध संगत अमृत तैयार होया है, वो 5 बाणियां दा रोज़ नेम करना है। ते जिहड़ा अंदर भी अमृत है मनुख दे, 9 निध अमृत प्रभ का नाम देई मैं इसका विश्राम। फिर 5 प्यारियां दे विच गुरु गोबिंद सिंह महाराज सानू गुरमंत्र बख्शदे है, मूल मंत्र बख्शदे है। ਉਹਦਾ ਅਸੀਂ ਅਭਿਆਸ ਕਰਨਾ ਹੈ ਉੱਠਦਿਆਂ ਬਹਿੰਦਿਆਂ, ਤੇ ਉਹ ਨਾਮ ਰੂਪੀ ਅੰਮ੍ਰਿਤ ਨੂੰ ਜਪਦਿਆਂ ਆਪਣੇ ਅੰਦਰੋਂ ਅੰਮ੍ਰਿਤ ਪ੍ਰਗਟ ਕਰਨਾ ਹੈ। ਕਈ ਵਾਰੀ ਪੁੱਛੀਏ ਨਾ ਕਿੰਨਾ ਚਿਰ ਹੋ ਗਿਆ ਅੰਮ੍ਰਿਤ ਛਕੇ ਨੂੰ, ਤੇ ਕਹਿੰਦੇ ਆ ਜੀ 5 ਸਾਲ 10 ਸਾਲ। ਨਹੀਂ, ਸਿੱਖ ਰੋਜ਼ ਅੰਮ੍ਰਿਤ ਛਕਦਾ ਹੈ, ਸਿੱਖ ਹਰ ਪਲ ਹੀ ਅੰਮ੍ਰਿਤ ਛਕਦਾ ਹੈ। ਉਹ ਹੈ ਨਾਮ ਰੂਪੀ ਅੰਮ੍ਰਿਤ, ਬਾਣੀ ਰੂਪੀ ਅੰਮ੍ਰਿਤ। ਤੇ ਉਸ ਨਾਮ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿਉਂਕਿ 5 ਪਿਆਰੇ ਸਾਹਿਬਾਨ ਸਾਧ ਸੰਗਤ ਉਹ ਕੋਈ ਆਮ ਮਨੁੱਖ ਨਹੀਂ ਕਿ ਅਸੀਂ ਇਹਨਾਂ ਨੂੰ ਜਾਣਦੇ ਹਾਂ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਤੱਖ ਹੋ ਕੇ ਬਖਸ਼ਿਸ਼ ਕਰਦੇ ਨੇ। ਉਹ ਸਰੀਰ ਉਹਨਾਂ ਦਾ 5 ਪਿਆਰਿਆਂ ਵਿੱਚ ਹੈ, ਆਪ ਆਤਮਾ ਗੁਰੂ ਗ੍ਰੰਥ ਸਾਹਿਬ ਵਿੱਚ ਜੋਤ ਆ, ਤੇ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਦੀ ਦਾਤ ਦਿੰਦੇ। ਇਹ ਭਾਵਨਾ ਰੱਖਣੀ ਹੈ। ਤੋ ਇਸ ਕਰਕੇ ਉਹ ਜਿਹੜੀ ਅੰਮ੍ਰਿਤ ਦੀ ਦਾਤ ਬੜੀ ਇਲਾਹੀ ਬਖਸ਼ਿਸ਼ ਹੈ, ਇਹ ਕੋਈ ਐਵੇਂ ਨਹੀਂ। ਤਾਂ ਬਾਣੀ 'ਚ ਅਸੀਂ ਬਚਨ ਪੜ੍ਹਦੇ ਹਾਂ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਉਹ ਅੰਮ੍ਰਿਤ ਸਤਿਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਆ ਪਹਿਲਾਂ ਨਾਮ ਬਾਣੀ ਵਿੱਚ, ਜਿਹਨੂੰ ਸੁਰ ਨਰ ਦੇਵਤੇ ਵੀ ਤਰਸਦੇ ਸੀ। ਅੰਦਰ ਸਾਡੇ ਹੈ ਤੇ ਉਹ ਅੰਦਰ ਦਾ ਪ੍ਰਗਟ ਬਾਣੀ ਨਾਲ ਹੋਣਾ ਹੈ, ਪਰ ਉਹਦੀ ਜੁਗਤੀ ਹੈ ਗੁਰੂ ਦੁਆਰਾ। ਪੂਰੇ ਗੁਰੂ ਦੀ ਸ਼ਰਨ ਵਿੱਚ ਪੈ ਕੇ, ਪੂਰੇ ਗੁਰੂ ਦੀ ਸ਼ਰਨ ਵਿੱਚ ਪੈਣਾ ਹੈ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਜਦੋਂ ਫਿਰ ਨਾਮ ਜਪਾਂਗੇ ਤੇ ਉਹ ਨਾਮ ਸਾਧ ਸੰਗਤ ਫਿਰ ਅੰਦਰ ਪ੍ਰਗਟ ਹੋਵੇਗਾ, ਜਿਸ ਨੂੰ ਮਹਾਰਾਜ ਕਹਿੰਦੇ ਅੰਮ੍ਰਿਤ ਪੀਵੈ ਅਮਰ ਸੋ ਹੋਵੈ। ਉਹ ਫਿਰ ਅਮਰ ਹੋ ਜਾਵੇਗਾ ਜਿਹੜਾ ਉਸ ਅੰਮ੍ਰਿਤ ਨੂੰ ਪੀ ਲਵੇਗਾ। 2 ਜਨਮ ਹੁੰਦੇ ਸਾਧ ਸੰਗਤ ਜੀ। ਇੱਕ ਜਨਮ ਸਾਡਾ ਮਾਤਾ ਪਿਤਾ ਦੀ ਬਦੌਲਤ ਹੁੰਦਾ ਹੈ ਸਰੀਰ ਦਾ, ਤੇ ਦੂਜਾ ਜਨਮ ਹੋਣਾ ਹੈ ਸਾਡਾ ਗੁਰੂ ਘਰ ਦੇ ਵਿੱਚ।
ਜਿਹੜਾ ਸਤਿਗੁਰੂ ਦੇ ਦਰ ਤੋਂ। ਜਿਹੜਾ ਮਾਤਾ ਪਿਤਾ ਕਰਕੇ ਜੰਮੇ, ਇਹਦੇ ਵਿੱਚ ਤੇ ਸਾਰਿਆਂ ਨੇ ਮਰਨਾ ਤੇ ਫਿਰ ਜੰਮਣ ਮਰਨ ਦੇ ਗੇੜ ਵਿੱਚ ਪਏ ਰਹਿਣਾ, ਕਿਉਂਕਿ ਅੰਦਰ ਆਤਮਾ ਤੇ ਮਰਦੀ ਨਹੀਂ। ਪਰ ਜਿਸ ਦਾ ਜਨਮ ਗੁਰੂ ਦੇ ਰਾਹੀਂ ਹੋ ਗਿਆ, ਮਹਾਰਾਜ ਨੂੰ ਜਿਸ ਨੇ ਕਿਹਾ ਹੈ, ਜਿਸ ਬਾਰੇ ਕਿਹਾ ਕਿ ਸਤਿਗੁਰ ਕੈ ਜਨਮੇ ਗਵਨ ਮਿਟਾਇਆ, ਜਿਹੜਾ ਸਤਿਗੁਰੂ ਦੇ ਘਰ ਵਿੱਚ ਜਿਹਨੇ ਜਨਮ ਲੈ ਲਿਆ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਤੇ ਨਾਮ ਜਪ ਕੇ ਜਿਹਨੂੰ ਆਤਮਿਕ ਜੀਵਨ ਦੀ ਪ੍ਰਾਪਤੀ ਹੋ ਗਈ, ਉਹਦਾ ਫਿਰ ਆਵਾਗੁਣ ਕੱਟਿਆ ਜਾਂਦਾ ਹੈ, ਉਹ ਫਿਰ ਦੁਬਾਰਾ ਜਨਮ ਤੇ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਇਹ ਅੰਮ੍ਰਿਤ ਨੂੰ ਪੀ ਕੇ ਸਿੱਖ ਨੇ ਅੰਮ੍ਰਿਤ ਹੋਣਾ ਹੈ। ਤੇ ਜਿਸ ਨੇ ਇਹ ਅੰਮ੍ਰਿਤ ਪੀਤਾ, ਜਿਸ ਨੇ ਗੁਰੂ ਸਾਹਿਬ ਦੀ ਦੱਸੀ ਹੋਈ ਰਹਿਤ ਨੂੰ ਕਮਾਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਇੰਨੀ ਵਡਿਆਈ ਬਖਸ਼ਦੇ ਨੇ, ਕਹਿੰਦੇ ਰਹਿਣੀ ਰਹਿ ਸੋਈ ਸਿੱਖ ਮੇਰਾ, ਓ ਸਾਹਿਬ ਮੈਂ ਉਸ ਕਾ ਚੇਰਾ। ਅੱਜ ਤੱਕ ਦੁਨੀਆ ਦੇ ਇਤਿਹਾਸ ਵਿੱਚ ਇਹ ਗੱਲ ਨਹੀਂ ਆਈ ਕਿਤੇ, ਜਿੰਨੀ ਵਡਿਆਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਬਖਸ਼ੀ ਹੈ। ਮਹਾਰਾਜ ਕਹਿੰਦੇ ਜਿਹੜਾ ਰਹਿਤ ਵਿੱਚ ਰਹਿੰਦਾ ਏ ਉਹ ਮੇਰਾ ਪਿਆਰਾ ਸਿੱਖ ਹੈ, ਉਹ ਮੇਰਾ ਮਾਲਕ ਤੇ ਮੈਂ ਉਹਦਾ ਚੇਲਾ ਬਣ ਜਾਂਦਾ। ਦੀਨ ਦੁਨੀਆ ਦੇ ਮਾਲਕ ਹੁੰਦਿਆਂ ਹੋਇਆਂ ਵੀ ਕਹਿੰਦੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸ ਗਰੀਬ ਕਰੋੜ ਪਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀ ਸੰਸਾਰ ਵਿੱਚ। ਭਾਈ ਗੁਰਦਾਸ ਜੀ ਦੇ ਬਚਨ ਪੜ੍ਹਦੇ ਹਾਂ ਕਿ ਅੱਜ ਤੱਕ ਗੁਰੂ ਗੁਰੂ ਰਿਹਾ ਸੀ ਦੁਨੀਆ ਵਿੱਚ ਤੇ ਚੇਲਾ ਚੇਲਾ ਰਹਿੰਦਾ ਸੀ। ਸਾਰੇ ਸੰਸਾਰ ਦੀ ਹਿਸਟਰੀ ਹੈ, ਇਤਿਹਾਸ ਹੈ। ਪਰ ਵੈ ਪ੍ਰਗਟਿਓ ਮਰਦ ਗੰਬੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹੀ ਗੁਰੂ, ਆਪ ਹੀ ਚੇਲੇ ਬਣ ਗਏ। ਤੋ ਸਤਿਗੁਰੂ ਮਹਾਰਾਜ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਤੇ ਇਸ ਤਰ੍ਹਾਂ ਇਤਿਹਾਸਕਾਰਾਂ ਦੇ ਬਚਨ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਭਇਓ ਨੀਕਾ ਅਤ, ਵਾਹਿਗੁਰੂ ਜੀ ਕੀ ਮਿਲ ਫਤਿਹ ਸੋ ਬੁਲਾਈ ਹੈ। ਪੀਰ ਪਾਤਸ਼ਾਹੀ ਅਪਰ ਜੇ ਕਰਾਮਾਤੀ ਪੰਥ, ਹਿੰਦੂ ਕੇ ਤੁਰਕ ਕੀ ਕਾਣ ਕੋ ਮਿਟਾਈ ਹੈ। ਧਰਮ ਸਤਾਪ ਬੇਕੋ ਦੁਸ਼ਟਣ ਕੇ ਖਾਪ ਬੇਕੋ। ਧਰਮ ਦੀ ਸਥਾਪਨਾ ਕਰਨ ਵਾਸਤੇ, ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਗੁਰੂ ਗੁਰੂ ਜਾਪ ਬੇਕੋ, ਨਈ ਰੀਤ ਜੋ ਚਲਾਈ ਹੈ। ਤੇ ਵਾਹਿਗੁਰੂ ਵਾਹਿਗੁਰੂ ਜਪਣਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਸਾਜ ਕੇ ਇਹ ਨਵੀਂ ਰੀਤ ਜਿਹੜੀ ਚਲਾਈ ਹੈ। ਤੇ ਬਚਨ ਕੀਤੇ ਵੇ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਖਾਲਸਾ ਵਾਹਿਗੁਰੂ ਦੀ ਮੌਜ ਦੇ ਵਿੱਚ ਪ੍ਰਗਟ ਹੋਇਆ ਹੈ। ਜਿਹੜਾ ਸਰੂਪ ਵਾਹਿਗੁਰੂ ਦਾ ਨਾ, ਵਾਹਿਗੁਰੂ ਵੈਸੇ ਨਿਰਗੁਣ ਹੈ, ਉਹਦਾ ਕੋਈ ਰੂਪ ਰੰਗ ਆਕਾਰ ਨਹੀਂ ਹੈ। ਪਰ ਜਦੋਂ ਭਗਤਾਂ ਨੇ ਉਹਦੀ ਵਡਿਆਈ ਕੀਤੀ ਨਾ, ਸਾਧ ਸੰਗਤ ਇਮੈਜਿਨ ਕਰਕੇ ਸੁਰਤ ਦੁਆਰਾ ਉਹਦਾ ਸਰੂਪ ਚਿੱਤਰਨਾ ਚਾਹਿਆ ਤੇ ਉਹਨਾਂ ਕਿਹਾ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ। ਰੱਬ ਜੀ ਤੁਹਾਡੀ ਪੱਗ ਬੜੀ ਸੋਹਣੀ ਹੈ, ਉਹਨੂੰ ਸਾਬਤ ਸੂਰਤ ਕਿਹਾ ਹੈ। ਇਸ ਕਰਕੇ ਖਾਲਸਾ ਪਰਮਾਤਮਾ ਦੇ ਹੁਕਮ 'ਚ ਪ੍ਰਗਟ ਹੋਇਆ ਹੈ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਕਾਲ ਪੁਰਖ ਕੀ ਫੌਜ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਇਹ ਖਾਲਸਾ ਸਾਡਾ ਖਾਸ ਰੂਪ ਹੈ। ਹਉ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੁੰਦੇਰੋ। ਤਾਣੇ ਪੇਟ ਦੇ ਵਾਂਗ ਜਿਵੇਂ ਸਾਗਰ ਤੇ ਪਾਣੀ ਦੀ ਬੂੰਦ ਹੈ, ਇੱਦਾਂ ਮੈਂ ਖਾਲਸੇ ਦਾ ਹਾਂ ਤੇ ਖਾਲਸਾ ਮੇਰਾ ਹੈ। ਸਾਰਾ ਸਰਬੰਸ ਸਤਿਗੁਰੂ ਮਹਾਰਾਜ ਜੀ ਨੇ ਸਾਡੇ ਤੋਂ ਵਾਰ ਦਿੱਤਾ, ਖਾਲਸੇ ਤੋਂ ਵਾਰ ਦਿੱਤਾ ਤੇ ਸਾਨੂੰ ਆਪਣਾ ਪਰਿਵਾਰ ਬਣਾ ਕੇ ਕਿਹਾ ਸੁਖੀ ਬਸੈ ਮੋਰੋ ਪਰਿਵਾਰਾ। ਮਹਾਰਾਜ ਕਹਿੰਦੇ ਮੇਰਾ ਪਰਿਵਾਰ ਸੁਖੀ ਵਸੇ। ਸਿੱਖਾਂ ਬੇਨਤੀ ਕੀਤੀ ਮਹਾਰਾਜ ਸਾਰਾ ਪਰਿਵਾਰ ਤੇ ਤੁਸੀਂ ਵਾਰ ਦਿੱਤਾ ਹੈ, ਕਿਹੜੇ ਪਰਿਵਾਰ ਦੀ ਸੁੱਖ ਮੰਗਦੇ ਹੋ? ਤੇ ਮਹਾਰਾਜ ਕਹਿੰਦੇ ਸੇਵਕ ਸਿੱਖ ਸਭੈ ਕਰਤਾਰਾ। ਆ ਜਿੰਨੇ ਮੇਰੇ ਸੇਵਕ ਨੇ, ਜਿੰਨੇ ਮੇਰੇ ਸਿੱਖ ਨੇ ਸੁਖੀ ਬਖਸ਼ਣ। ਇਹ ਮੇਰੇ ਧੀਆਂ ਪੁੱਤਰ ਨੇ। ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੈਸਾ ਬਖਸ਼ਿੰਦ ਕਿਰਪਾਲੂ ਗੁਰੂ ਸਾਰੇ ਸੰਸਾਰ ਦੇ ਵਿੱਚ ਦੂਜਾ ਕੋਈ ਨਹੀਂ। ਬੜੇ ਭਾਗਾਂ ਨਾਲ ਮਨੁੱਖਾ ਦੇਹੀ ਮਿਲੀ ਹੈ, ਐਸੇ ਗੁਰੂ ਦੀ ਪ੍ਰਾਪਤੀ ਹੋਈ ਹੈ। ਕਿਤੇ ਮਨੁੱਖਾ ਜੀਵਨ ਅਜਾਈ ਨਾ ਚਲਿਆ ਜਾਵੇ, ਐਸੇ ਸਤਿਗੁਰੂ ਦੇ ਚਰਨੀ ਲੱਗੀਏ। ਜੇ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕੀਏ ਖੰਡੇ ਬਾਟੇ ਦਾ। ਸਤਿਗੁਰੂ ਦੇ ਧੀਆਂ ਪੁੱਤਰ ਬਣੀਏ, ਸਿੰਘ ਸਜੀਏ। ਅੰਮ੍ਰਿਤ ਛਕਿਆ ਏ ਕਿ ਨਾਮ ਬਾਣੀ ਦਾ ਅਭਿਆਸ ਕਰੀਏ, ਵੱਧ ਤੋਂ ਵੱਧ ਸਿਮਰਨ ਕਰੀਏ, ਸਹਿਜ ਪਾਠ ਕਰੀਏ
ਤੇ ਅੰਦਰ ਵਾਲਾ ਅੰਮ੍ਰਿਤ ਸਾਡੇ ਪ੍ਰਗਟ ਹੋ ਜਾਵੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪ ਸਰਬੱਤ ਸੰਗਤਾਂ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਫਿਰ ਤੋਂ ਬਹੁਤ ਬਹੁਤ ਵਧਾਈਆਂ ਤੇ ਗੁਰੂ ਅੱਗੇ ਅਰਦਾਸ ਕਰੀਏ, ਮਹਾਰਾਜ ਜਿਹੜੀ ਤੁਸੀਂ ਅਗੰਮੀ ਅਲੌਕਿਕ ਬਖਸ਼ ਸੰਸਾਰ ਤੇ ਵਰਤਾਈ ਹੈ ਨਾ, ਕਿਰਪਾ ਕਰੋ ਮੇਰੇ ਤੇ ਮੈਨੂੰ ਵੀ ਆਪਣੇ ਪੰਥ ਦਾ ਹਿੱਸਾ ਬਣਾਓ। ਇਹ ਅੰਮ੍ਰਿਤ ਦੀ ਦਾਤ ਮੇਰੀ ਝੋਲੀ ਵਿੱਚ ਵੀ ਪਾਵੋ। ਮੈਂ ਤੁਹਾਡਾ ਪਿਆਰਾ ਗੁਰਸਿੱਖ ਬਣ ਕੇ ਇਹ ਸੰਸਾਰ ਤੇ ਆਪਣਾ ਜੀਵਨ ਬਤੀਤ ਕਰਾਂ। ਸੋ ਸਤਿਗੁਰੂ ਮਿਹਰ ਕਰਨ। ਆਓ ਜੋ ਅੱਜ ਦੇ